ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਉਹਨਾਂ ਦੇ ਦੱਸਣ ਮੁਤਾਬਕ ਇਹ ਜਿਹੜੀ ਫਰਦ ਵੀ ਸੀਗੀ ਨਾ ਉਹ ਬੋਲਦੀ ਸੀ, ਉਹਦੇ ਤੇ ਲਿਖਿਆ ਸੀ ਸਮਾਧ ਅਕਾਲੀ ਫੂਲਾ ਸਿੰਘ। ਤੇ ਐਡੀ ਹੈਰਾਨਗੀ ਦੀ ਗੱਲ ਹੈ ਕਿ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਹੀ ਉਹ ਨਾਲ ਜੁਆਇੰਟ ਹੀ ਹੈਗੀ ਗੱਲ ਸਾਰੀ। ਉਹਦਾ ਜਿਹੜਾ ਚੜਾਵਾ ਆ ਉਹ ਪਰਿਵਾਰ ਲੈ ਕੇ ਜਾਂਦਾ ਆ। ਅਕਾਲੀ ਬਾਬਾ ਫੂਲਾ ਸਿੰਘ ਦੀ ਜ਼ਮੀਨ ਸਮਾਧ ਦੇ ਨਾਂ ਤੇ ਜ਼ਮੀਨ ਹੋਵੇ ਤੇ ਉਹ ਵਿਕ ਕਿੱਦਾਂ ਜਾਵੇ? ਫਰਦ ਵਿੱਚ ਖੁਦ ਕਾਸ਼ਤਕਾਰ ਉੱਥੇ ਸਮਾਧ ਲਿਖਿਆ ਹੁੰਦਾ। ਉਹ ਕੀ ਹੋਇਆ ਕਿ 4 ਕਨਾਲ ਜ਼ਮੀਨ ਜਿਹੜੀ ਕਾਫੀ ਕੋਸਟਲੀ ਸੀ ਉਹਦਾ ਇਹਨੇ ਹਰਿੰਦਰ ਸਿੰਘ ਨੇ ਖੁਦ ਮਾਲਕ ਬਣ ਕੇ ਤਬਾਦਲਾ ਕਰ ਲਿਆ। ਤੇ ਜਿਹੜੇ ਅਧਿਕਾਰੀਆਂ ਨੇ ਤਬਾਦਲਾ ਕਰਨ ਵਿੱਚ ਮਦਦ ਕੀਤੀ ਆ, ਚਾਹੇ ਉਹ ਤਹਿਸੀਲਦਾਰ ਹੋਵੇ, ਪਟਵਾਰੀ ਹੋਵੇ, ABC ਜਿੰਨੇ ਵੀ ਹੋਣ, ਉਹਨਾਂ ਸਾਰਿਆਂ ਤੇ ਪਰਚਾ ਦਰਜ ਕਰੋ। ਬਾਬਾ ਕਾਲੀ ਫੂਲਾ ਸਿੰਘ ਵਾਲਾ ਬਾਗ ਆ ਜੀ, ਬਾਗ ਆ ਜੀ, ਬਾਗ ਆ ਜੀ, ਕਰਦੇ ਕਰਦੇ ਬਾਗ ਕੱਟਿਆ ਗਿਆ ਜੀ, ਮੁੜ ਕੇ ਵੇਚ ਦਿੱਤੀ ਜੀ। ਚਲੋ ਜੀ ਨਾਲ ਹੀ ਵੇਚ ਕੇ ਪਰੇ ਕਰੀ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਮੱਖੂ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ। ਦਰਸ਼ਕੋ, ਤੁਹਾਨੂੰ ਪਤਾ ਹੈ ਜਦੋਂ ਵੀ ਆਪਾਂ ਕਿਸੇ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ ਤੇ ਕਿਸੇ ਨਾ ਕਿਸੇ ਮੁੱਦੇ ਤੇ ਆਧਾਰਿਤ ਗੱਲਬਾਤ ਹੁੰਦੀ ਹੈ। ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਕ ਗੱਲ ਬੜੀ ਉੱਭਰ ਕੇ ਸਾਹਮਣੇ ਆਈ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਜ਼ਮੀਨ ਦੇ ਉੱਪਰ ਕਿਸੇ ਨੇ ਕਬਜ਼ਾ ਕਰ ਲਿਆ ਤੇ ਪੰਥਕ ਵਿਹੜੇ ਦੇ ਵਿੱਚ ਇੱਕ ਚਰਚਾ ਛਿੜ ਪਈ। ਚਰਚਾ ਇਹ ਛਿੜੀ ਵੀ ਅਕਾਲੀ ਫੂਲਾ ਸਿੰਘ ਜੀ ਦੀ ਜ਼ਮੀਨ ਇਹ ਕਿਵੇਂ ਹੋ ਸਕਦਾ ਹੈ। ਸਵਾਲ ਪੈਦਾ ਹੋ ਜਾਂਦਾ ਹੈ ਵੀ ਜਥੇਦਾਰ ਅਕਾਲੀ ਫੂਲਾ ਸਿੰਘ ਉਹ ਪ੍ਰਾਚੀਨ ਅਕਾਲੀ ਫੂਲਾ ਸਿੰਘ ਨੇ ਜਾਂ ਉਸ ਤੋਂ ਬਾਅਦ ਕੋਈ ਐਸੇ ਫੂਲਾ ਸਿੰਘ। ਸੋ ਇਹ ਵੀ ਇੱਕ ਬੜਾ ਵੱਡਾ ਵਿਵਾਦ ਦਾ ਵਿਸ਼ਾ ਹੈ। ਕਿੰਨਾ ਲੋਕਾਂ ਵੱਲੋਂ ਕਬਜ਼ਾ ਹੋ ਗਿਆ, ਆਓ ਜਾਣਨ ਦਾ ਆਪਾਂ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਵੀਰ ਸੁਖਜੀਤ ਸਿੰਘ ਖੋਸਾ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜਿਉ ਆਏ ਆਖਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਧੰਨਵਾਦ ਜੀ, ਮਿਹਰਬਾਨੀ। ਸੁਖਜੀਤ ਸਿੰਘ ਜੀ, ਜਦੋਂ ਆਪਾਂ ਪਿਛਲੇ ਦਿਨਾਂ ਵਿੱਚ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਸੀ, ਉਹਦੇ ਵਿੱਚ ਤੁਸੀਂ ਕਿਹਾ ਸੀ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਜ਼ਮੀਨ ਤੇ ਉਹਦੇ ਤੇ ਲੋਕਾਂ ਨੇ ਕਬਜ਼ਾ ਕਰ ਲਿਆ। ਮੈਂ ਉਦੋਂ ਤੁਹਾਨੂੰ ਆਵਾਜ਼ ਦਿੱਤੀ ਸੀ ਪਰ ਕਈ ਵਾਰ ਮਜਬੂਰੀਆਂ ਬਣ ਜਾਂਦੀਆਂ ਜੀ। ਮੈਂ ਚਾਹੁੰਦਾ ਸਾਂ ਕਿ ਡਾਕੂਮੈਂਟ ਸਾਰੇ ਤੁਹਾਨੂੰ ਨਾਲ, ਜਿਹੜੀ ਉੱਥੇ ਦੇ ਵੀਰ ਹੈਗੇ ਆ ਉਹ ਵੀ ਨਾਲ, ਸਾਰੀਆਂ ਫਰਦਾ ਵਗੈਰਾ ਸਭ ਕੁਝ ਦਿਖਾਇਆ ਜਾਵੇ, ਕਿਉਂਕਿ ਉਹਨਾਂ ਦੇ ਦੱਸਣ ਮੁਤਾਬਕ ਇਹ ਜਿਹੜੀ ਫਰਦ ਵੀ ਸੀਗੀ ਨਾ ਉਹ ਬੋਲਦੀ ਸੀ, ਉਹਦੇ ਤੇ ਲਿਖਿਆ ਸੀ ਸਮਾਧ ਅਕਾਲੀ ਫੂਲਾ ਸਿੰਘ। ਸਮਾਧੇ ਦੇ ਨਾਂ ਦੇ ਉੱਤੇ ਉਹ ਜ਼ਮੀਨ ਆ ਤੇ ਉਹ ਜਿਹੜਾ ਉੱਥੇ ਬਣਿਆ ਹੋਇਆ ਬੁੰਗਾ ਟਾਈਪ ਸਮਾਧਾ ਟਾਈਪ ਵੱਡਾ, ਮਤਲਬ ਕਾਫੀ ਵੱਡਾ ਇਮਾਰਤ ਬਣੀ ਹੋਈ ਹੈ। ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਅੱਛਾ, ਪ੍ਰਕਾਸ਼ ਹੈ। ਪ੍ਰਕਰਮਾਂ ਦੇ ਨਾਲ ਹੀ ਹੈਗਾ ਤਰਨ ਸਾਹਿਬ। ਤੇ ਐਡੀ ਹੈਰਾਨਗੀ ਦੀ ਗੱਲ ਹੈ ਕਿ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਹੀ ਉਹ ਨਾਲ ਜੁਆਇੰਟ ਹੀ ਹੈਗੀ ਗੱਲ ਸਾਰੀ। ਉਹਦਾ ਜਿਹੜਾ ਚੜਾਵਾ ਆ ਉਹ ਪਰਿਵਾਰ ਲੈ ਕੇ ਜਾਂਦਾ ਆ। ਅੱਛਾ, ਉਹਦਾ ਚੜਾਵਾ ਪਰਿਵਾਰ? ਕਿਹੜਾ ਪਰਿਵਾਰ? ਹਰਿੰਦਰ ਸਿੰਘ ਐਕਟਿੰਗ ਪ੍ਰਧਾਨ ਰਹੇ ਹੈਗੇ ਆ ਟੌੜਾ ਸਾਹਿਬ ਦੇ ਵੇਲੇ ਤੇ 15 ਸਾਲ ਉਹ SGPC ਮੈਂਬਰ ਰਹੇ ਆ। ਤੇ ਉਹਦੀ ਜਿਹੜੀ ਉਹਨਾਂ ਦੀ ਉੱਥੇ ਨਿੱਜੀ ਜ਼ਮੀਨ, ਆਪਣੀ ਜ਼ਮੀਨ ਆ, ਤੇ ਇਹ ਜਿਹੜੀ ਅਕਾਲੀ ਬਾਬਾ ਫੂਲਾ ਸਿੰਘ ਦੇ ਸਮਾਧੇ ਦੀ ਜ਼ਮੀਨ ਆ, ਇਕੱਠੀ ਆ ਸਾਰੀ। ਕਬਜ਼ਾ ਉਹਨਾਂ ਕੋਲ ਹੀ ਆ, ਉਹੋ ਹੀ ਖਾਂਦੇ ਪੀਂਦੇ ਜੋ ਕਰਦੇ ਉਹੀ ਕਰਦੇ, ਉਦੋਂ ਦੇ ਦੇਖ ਰੇਖ ਸਭ ਕੁਝ ਉਹੀ ਕਰਦੇ ਆ। ਅੱਛਾ, ਹੁਣ ਉਹਨਾਂ ਨੇ ਆਪਣੀ ਨਿੱਜੀ ਜਾਇਦਾਦ ਦਿੱਤੀ ਵੇਚ। ਤੇ ਉਹ ਜਿਹੜਾ ਵਿੱਚੇ ਹੀ ਬਾਬੇ ਵਾਲੀ ਵੀ ਨਾਲ ਹੀ। ਹੁਣ ਮਸਲਾ ਇਹ ਆ ਵੀ ਉੱਥੇ ਦੇ ਜਿਹੜੇ ਚਿੰਤਕ ਆ, ਦਿਓਲ ਵਰਗੇ ਵੀਰ, ਭਾਈ ਮਨਜੀਤ ਸਿੰਘ ਹੁਣੀ ਜਾਂ ਹੋਰ ਸਾਰੀ ਟੀਮ ਹੈਗੀ, ਉਹਨਾਂ ਨੇ ਸਾਰਿਆਂ ਨੇ ਮਸਲਾ ਉਠਾਇਆ ਵੀ ਇਹ ਤਾਂ ਬਾਬਾ ਜੀ ਦੀ ਜ਼ਮੀਨ ਤੁਸੀਂ ਕਿੱਦਾਂ ਕੋਈ ਵੇਚ ਸਕਦਾ ਹੈਗਾ। ਚਲੋ ਜੀ, ਆ ਨਹੀਂ ਜੀ ਬਾਬਾ ਜੀ ਦੀ ਉਹ ਆ, ਕਿਉਂਕਿ ਉੱਥੇ ਇੱਕ ਮੇਰਾ ਖਿਆਲ ਆ ਵੀ ਮਰੱਬੇਬੰਦੀ 'ਚ ਜਮਾਬੰਦੀਆਂ ਨਹੀਂ ਹੋਈਆਂ ਉਹਨੇ ਇੱਕ ਥਾਂ, ਮਤਲਬ ਕੋਈ ਪ੍ਰੋਬਲਮ ਹੈਗੀ ਆ ਪੇਪਰ ਵਰਕ 'ਚ। ਉਹ ਹੁਣ ਇੱਦਾਂ ਦੀ ਕੋਈ ਗੱਲ ਹੈਗੀ ਆ ਕਿ ਇੱਕ ਨੰਬਰ ਇੱਥੇ ਆ ਗਿਆ, ਇੱਕ ਇੱਥੇ ਆ ਗਿਆ, ਇੱਕ ਇੱਥੇ ਆ ਗਿਆ, ਇੱਕ ਇੱਥੇ ਆ ਗਿਆ। ਜ਼ਮੀਨ ਤਾਂ 10 ਕਿੱਲੇ 2 ਕਨਾਲਾਂ 19 ਮਰਲੇ ਜ਼ਮੀਨ ਆ ਤੇ ਉਹ ਪ੍ਰਾਪਰਟੀ ਡੀਲਰ ਨੂੰ ਵੇਚੀ ਗਈ। ਅੱਛਾ, ਵੇਚੀ ਕਿੰਨੀ ਗਈ? ਸਾਰੀ ਦੀ ਸਾਰੀ ਮਤਲਬ ਵਿਕ ਗਈ, ਆਪਦੀ ਵੀ ਵੇਚਤੀ ਤੇ ਉਹ ਵੀ ਵੇਚਤੀ। ਹੁਣ ਸਵਾਲ ਇਹ ਪੈਦਾ ਹੋ ਜਾਂਦਾ ਵਾ ਕਿ ਅਕਾਲੀ ਬਾਬਾ ਫੂਲਾ ਸਿੰਘ ਦੀ ਜ਼ਮੀਨ ਸਮਾਧ ਦੇ ਨਾਂ ਤੇ ਜ਼ਮੀਨ ਹੋਵੇ
ਤੇ ਉਹ ਵਿਕ ਕਿੱਦਾਂ ਜਾਵੇ? ਫਰਦ ਵਿੱਚ ਖੁਦ ਜਿਹੜਾ ਹੁੰਦਾ ਵਾ ਖੁਦ ਕਾਸ਼ਤਕਾਰ, ਉੱਥੇ ਸਮਾਧ ਲਿਖਿਆ ਹੁੰਦਾ, ਮਾਲਕ ਸਮਾਧ ਆ। ਤੇ ਇਹ ਫਿਰ ਹਰਿੰਦਰ ਸਿੰਘ ਹੁਣਾਂ ਨੂੰ ਕਿਹਨੇ ਹੱਕ ਦੇ ਦਿੱਤਾ ਵੀ ਇਹ ਵੇਚਣ ਦਾ? ਫਿਰ ਉਹਦੇ ਵਿੱਚ ਜਿੱਥੋਂ ਉੱਦਾਂ ਤਾਂ ਉਹ ਕੀ ਹੋਣਾ ਸੀਗਾ ਕਿ ਉਹਨਾਂ ਨੇ ਕਲੋਨੀ ਕੱਟ ਦੇਣੀ ਸੀ ਤੇ ਕਹਿਣਾ ਸੀਗਾ ਜੀ ਅਸੀਂ ਤਾਂ ਬਾਬੇ ਦੀ ਜ਼ਮੀਨ ਵਰਤੀ ਨਹੀਂ ਹੈਗੀ, ਕਿਉਂਕਿ ਗਲੀਆਂ ਵੱਡੀਆਂ ਛੱਡ ਦਿੰਦੇ ਤੇ ਗਲੀਆਂ ਵਿੱਚ ਉੱਥੇ ਗਲੀਆਂ 'ਚ ਪੂਰੀ ਕਰ ਦਿੰਦੇ, ਗਲੀਆਂ 'ਚ ਪੂਰੀ ਕਰ ਦਿੰਦੇ। ਅੱਛਾ, ਜਾਂ ਪਾਰਕ ਦੇ ਵਿੱਚ ਹੱਦ ਇਹੋ ਜਿਹਾ ਕੁਛ ਨਾ ਕੁਛ। ਉਹ ਕੀ ਹੋਇਆ ਕਿ 4 ਕਨਾਲ ਜ਼ਮੀਨ ਜਿਹੜੀ ਕਾਫੀ ਕੋਸਟਲੀ ਸੀ, ਉਹਦਾ ਇਹਨੇ ਹਰਿੰਦਰ ਸਿੰਘ ਨੇ ਖੁਦ ਮਾਲਕ ਬਣ ਕੇ ਤਬਾਦਲਾ ਕਰ ਲਿਆ। ਉਹਦੇ ਵਿੱਚ ਕਾਨੂੰਨੀ ਅੜਚਨ ਵਿੱਚ ਫਸ ਗਿਆ। ਸਾਡਾ ਉਸ ਦਿਨ ਮਾਨਯੋਗ ਡੀਸੀ ਸਾਹਿਬ ਨੂੰ ਇਹੀ ਕਹਿਣ ਦਾ ਸੀਗਾ ਕਿ ਇੱਕ ਤਾਂ ਜ਼ਮੀਨ ਜਿਹੜੀ ਛੁਡਾਈ ਜਾਵੇ ਤੇ ਦੂਜਾ ਜਿਹੜਾ ਇਹਨੇ ਜਾਲੀ ਮਾਲਕ ਬਣ ਕੇ ਤਬਾਦਲਾ ਕੀਤਾ ਵਾ, ਤੇ ਜਿਹੜੇ ਅਧਿਕਾਰੀਆਂ ਨੇ ਤਬਾਦਲਾ ਕਰਨ ਵਿੱਚ ਮਦਦ ਕੀਤੀ ਆ, ਚਾਹੇ ਉਹ ਤਹਿਸੀਲਦਾਰ ਹੋਵੇ, ਪਟਵਾਰੀ ਹੋਵੇ, ABC ਜਿੰਨੇ ਵੀ ਹੋਣ, ਉਹਨਾਂ ਸਾਰਿਆਂ ਤੇ ਪਰਚਾ ਦਰਜ ਕਰੋ ਤੇ ਉਹਦੀ ਜ਼ਮੀਨ ਵਾਪਸ ਕਰੋ। ਫਿਰ ਉੱਥੇ ਇਹ ਵੀ ਸਵਾਲ ਉੱਠੇ ਵੀ ਸ਼੍ਰੋਮਣੀ ਕਮੇਟੀ ਤੁਸੀਂ ਵੀ ਕਰੋਗੇ ਵੀ ਇਹ ਕਿੱਥੇ ਆ ਹੁਣ? ਨਹੀਂ, ਕਿਉਂਕਿ ਬਿਲਕੁਲ ਜੇ ਨਾਲ ਕੰਧ ਦੇ ਸਾਂਝੀ ਹੈ ਜਾਂ ਕੰਧ ਦੇ ਬਿਲਕੁਲ ਨਾਲ ਹੈ ਤੇ ਉਹਦਾ ਪ੍ਰਬੰਧ ਕਿਹਨਾਂ ਕੋਲੇ ਸੀ? ਸ਼੍ਰੋਮਣੀ ਕਮੇਟੀ ਕੋਲੇ ਸੀ ਜਾਂ ਪਰਿਵਾਰ ਕੋਲੇ ਸੀ? ਉਹ ਗੁਰੂ ਗ੍ਰੰਥ ਸਾਹਿਬ ਜਿਹੜਾ ਜਿੱਥੇ ਉਸੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ, ਉਹਦੀ ਜਿਹੜੀ ਗੋਲਕ ਦੀ ਕਾਰਪੇਟ ਆ, ਉਹ ਵੀ ਪਰਿਵਾਰ ਸਮਝਦਾ ਆ। ਅੱਛਾ, ਉਹ ਕभी ਇਹ ਚਲਾਉਂਦਾ ਆ। ਸ਼੍ਰੋਮਣੀ ਕਮੇਟੀ ਇਹ ਗੱਲ ਕਹੇਗੀ ਵੀ ਅਸੀਂ ਇਹਦੇ ਵਿੱਚ ਕਿਉਂ ਦਖਲਅੰਦਾਜ਼ੀ ਕਰਦੇ? ਮੇਰੀ ਕਿਉਂ? ਬਾਕੀ ਦੀਆਂ ਜਾਇਦਾਦਾਂ ਸੰਭਾਲਣ ਦੀ ਜ਼ਿੰਮੇਵਾਰੀ ਹੈ, ਇਹ ਤਾਂ ਮਿਲੀ ਭੁਗਤ ਹੈ ਸਾਰੀ, ਕਿਉਂਕਿ ਉਹ ਸ਼੍ਰੋਮਣੀ ਕਮੇਟੀ ਮੈਂਬਰ ਨਹੀਂ ਰਹਿ ਚੁੱਕਾ, ਠੀਕ ਹੈ, ਐਕਟਿੰਗ ਪ੍ਰਧਾਨ ਨਹੀਂ ਰਹਿ ਚੁੱਕਾ। ਖਾਣ ਦੀ ਆਦਤ ਆ ਇਹਨਾਂ ਨੂੰ ਮੁੱਢ ਤੋਂ ਹੀ ਪਈ ਹੋਈ ਆ। ਨਹੀਂ, ਜਿਵੇਂ ਹੁਣ ਤੁਸੀਂ ਇਹ ਗੱਲ ਦੱਸੀ ਹੈ ਵੀ ਖਾਣ ਦੀ ਆਦਤ ਮੁੱਢ ਤੋਂ ਪਈ ਹੋਈ ਹੈ, ਪਰਿਵਾਰ ਕੋਲੇ ਸੀ, ਇਸ ਤੋਂ ਪਹਿਲਾਂ ਕਦੀ ਕਿਸੇ ਨੇ ਆਵਾਜ਼ ਬੁਲੰਦ ਨਹੀਂ ਕੀਤੀ? ਆਵਾਜ਼ ਬੁਲੰਦ ਨਾਲੇ ਇਹ ਅਕਾਲੀ ਫੂਲਾ ਸਿੰਘ ਕੀ ਕਨਫਰਮ ਹੈ ਵੀ ਇਹ ਉਹੀ ਪ੍ਰਾਤਨ ਹੀ ਜਿਹੜੇ ਪ੍ਰਾਤਨ ਅਕਾਲੀ ਫੂਲਾ ਸਿੰਘ, ਬਿਲਕੁਲ ਉਹਨਾਂ ਦੀ ਹੈਗੀ ਆ, ਉਹਨਾਂ ਦਾ ਹੀ ਹੈਗਾ ਇਹ। ਤੇ ਇਹ ਪਰਿਵਾਰ ਫਿਰ ਕਾਬਜ਼ ਕਿਵੇਂ ਹੋਇਆ? ਇਹਨਾਂ ਕੋਲੇ ਸੇਵਾ ਸੰਭਾਲ ਕਦੋਂ ਦੀ ਆਈ, ਕਿਵੇਂ ਆਈ? ਇਹ ਮਤਲਬ ਕਿ ਜਿੱਦਾਂ ਵੇਖੋ ਗੁਰਦੁਆਰਾ ਸਾਹਿਬ ਜ਼ਮੀਨਾਂ ਪਹਿਲਾਂ ਜ਼ਮੀਨਾਂ ਨੂੰ ਕੋਈ ਪੁੱਛਦਾ ਤਾਂ ਹੁੰਦਾ ਨਹੀਂ ਸੀ, ਪਹਿਲਾਂ ਬੇਆਬਾਦ ਜ਼ਮੀਨਾਂ ਪਈਆਂ ਸੀ, ਉਦੋਂ ਦੇ ਕਬਜ਼ੇ ਕਰ ਲਏ। ਬਾਗ ਸੀ, ਉਹਦੇ ਵਿੱਚ ਬਾਗ ਲੱਗਾ ਸੀ, ਹੁਣ ਕਿਸੇ ਨੂੰ ਕਦੇ ਕਹਿਣਾ ਜੀ ਬਾਬਾ ਕਾਲੀ ਫੂਲਾ ਸਿੰਘ ਵਾਲਾ ਬਾਗ ਆ ਜੀ, ਬਾਗ ਆ ਜੀ, ਬਾਗ ਆ ਜੀ, ਕਰਦੇ ਕਰਦੇ ਬਾਗ ਕੱਟਿਆ ਗਿਆ ਜੀ, ਮੁੜ ਕੇ ਵੇਚ ਦਿੱਤੀ ਜੀ, ਚਲੋ ਜੀ ਨਾਲ ਹੀ ਵੇਚ ਕੇ ਪਰੇ ਕਰੀ। ਇੱਥੋਂ ਤੱਕ ਕਿ ਸਿੰਘਾਂ ਨੇ, ਭਾਈ ਮਨਜੀਤ ਸਿੰਘ ਹੁਣਾਂ ਨੇ, ਦੂਜੇ ਵੀਰਾਂ ਨੇ, ਸਾਰਿਆਂ ਨੇ 2-3 ਦੇ ਪੈਸੇ ਵੀ ਵਾਪਸ ਕਰਾਏ ਆ। ਕਿਹੜੇ ਸੰਨ ਦੇ ਵਿੱਚ ਇਹਨਾਂ ਦੇ ਨਾਮ ਚੜੀ? ਕਿ ਨਾਮ ਹਜੇ ਉਹ ਸਮਾਧ ਦੇ ਨਾਮ ਹੀ ਆ, ਜ਼ਮੀਨ ਸਮਾਧ ਦੇ ਨਾਮ ਹੈ। ਹਾਂ, ਤੇ ਫਿਰ ਇਹ ਕਲੋਨੀਆਂ ਕੱਟ ਕੇ ਕਿਵੇਂ ਵੇਚ ਰਹੇ ਨੇ? ਬਸ ਤੁਹਾਨੂੰ ਦੱਸਿਆ ਕਿ ਗਰਦੌਰੀ ਕਿਹਦੇ ਨਾਮ ਤੇ ਹੈ? ਗਰਦੌਰੀ ਵੀ ਸਮਾਧ ਦੇ ਨਾਮ ਤੇ ਹੀ ਹੈ, ਗਰਦੌਰੀ ਵੀ ਸਮਾਧ ਦੇ ਨਾਮ ਤੇ, ਜ਼ਮੀਨ ਵੀ ਸਮਾਧ ਦੇ ਨਾਮ ਤੇ, ਸਾਰਾ ਫਰਦ ਵੀ ਫਰਦ। ਹੁਣ ਆਪਾਂ ਅੱਜ ਬੈਠੇ ਇੱਥੇ ਹੈਗੇ, ਨਹੀਂ ਮੈਂ ਤੁਹਾਨੂੰ ਫਰਦ ਵੀ ਦਿਖਾ ਦੇਣੀ ਸੀ ਵੀ ਆਹ ਫਰਦ ਦੇਖ ਲਓ, ਤੁਸੀਂ ਕਢਾ ਲੀਆਂ ਨੇ ਸਭ ਕੁਝ। ਯਾਰ ਜੇ ਫਰਦ ਨਾ ਹੁੰਦੀ 420 ਦਾ ਨਹੀਂ ਬਣਦਾ, ਸਭ ਕੁਝ ਬਣੂਗਾ ਜੀ। ਉਹ ਹੁਣ ਆਪਾਂ ਉਦਣ ਦੇ ਕੇ ਆਏ ਹੋਏ ਆ, ਜੇ ਡੀਸੀ ਸਾਹਿਬ ਨੇ ਨਾ ਕੋਈ ਇਹਦੇ ਤੇ ਕੀਤਾ, ਪ੍ਰਸ਼ਾਸਨ ਨੇ ਨਾ ਕੀਤਾ, ਪੁਲਿਸ ਪ੍ਰਸ਼ਾਸਨ ਦੇ ਵੀ ਧਿਆਨ 'ਚ ਗੱਲ ਲਿਆਈ ਆ, ਨਾ ਕੀਤਾ, ਫਿਰ ਸੰਘਰਸ਼ ਵਿੱਢਣਾ ਪਊਗਾ। ਨਹੀਂ, ਹੁਣ ਜਿਵੇਂ ਤੁਸੀਂ ਦੱਸਿਆ ਸੰਘਰਸ਼ ਤੁਸੀਂ ਵਿੱਢੋਗੇ, ਬਿਲਕੁਲ, ਔਰ ਸੰਘਰਸ਼ ਵਿੱਢਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਪਿਆ ਵੀ ਜੇ ਮੰਨ ਲਓ ਕੱਲ ਨੂੰ ਤੁਹਾਡੇ ਸੰਘਰਸ਼ ਦਾ ਰਿਜ਼ਲਟ ਪੋਜ਼ਿਟਿਵ ਆਉਂਦਾ ਆ, ਬਿਲਕੁਲ, ਤੇ ਜਿਨ੍ਹਾਂ ਨੇ ਰਜਿਸਟਰੀਆਂ ਕਰਾਈਆਂ ਸੀ ਉਹਨਾਂ ਦਾ ਕੀ ਬਣੇਗਾ? ਕਿਉਂਕਿ ਇਹ ਤੇ ਕਲੋਨੀ ਕੱਟੀ ਗਈ ਆ ਹੁਣ। ਨਹੀਂ ਦੇਖੋ, ਉਹ ਤਾਂ ਜਿਹੜੀ ਗਲਤ ਬਾਬਾ ਜੀ ਦੀ ਜ਼ਮੀਨ ਆ ਨਾ, ਉਹਦਾ ਕਿਸੇ ਨੂੰ ਲੈਣ ਦਾ ਹੱਕ ਨਹੀਂ ਹੈਗਾ ਨਾ। ਪਰ ਰਜਿਸਟਰੀ ਤਹਿਸੀਲਦਾਰ ਕਰਾ ਕਿਵੇਂ ਗਿਆ? ਜਿਹੜੀ ਕਰਾ ਗਿਆ ਉਹਨਾਂ ਤੇ 420 ਲੱਗੂਗੀ, ਪਰਚਾ ਹੋਊਗਾ। ਕਲੋਨੀਆਂ ਵਾਲਿਆਂ ਨੇ, ਮਾਲਕਾਂ ਨੇ ਕੱਟੀ ਆ, ਉਹ ਆਪੇ। ਅਸੀਂ ਹੁਣ ਇਹ ਵੀ ਗੱਲ ਹੈਗੀ ਆ, ਅਸੀਂ ਕਿਸੇ ਗਰੀਬ ਨਾਲ ਧੱਕਾ ਨਹੀਂ ਹੋਣ ਦੇਵਾਂਗੇ, ਅਸੀਂ ਉਹਨਾਂ ਦੇ ਪੈਸੇ ਮੁੜਵਾਵਾਂਗੇ ਉਹਨਾਂ ਕੋਲੋਂ ਵੀ ਦਿਓ ਇਹਨਾਂ ਦੇ ਪੈਸੇ ਭਾਈ ਵਾਪਸ। ਬਿਲਕੁਲ ਜੀ, ਮੈਂ ਤੁਹਾਡੀ ਗੱਲ ਸੁਣਦਾ। ਮੈਂ ਇੱਥੇ ਦਰਸ਼ਕੋ ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਦੀ ਸਾਂਝ ਪਾਉਣ ਲੱਗਾ ਵਾਂ, ਕਿਉਂਕਿ ਮਾਮਲਾ ਅਕਾਲੀ ਫੂਲਾ ਸਿੰਘ ਜੀ ਦਾ ਚੱਲਦਾ ਹੈ। ਦੇਖੋ, ਮੈਂ ਫਿਰ ਦਾਅਵਾ ਨਹੀਂ ਕਰਦਾ ਵੀ ਉਹ ਬਿਲਕੁਲ ਉਹੀ ਅਕਾਲੀ ਫੂਲਾ ਸਿੰਘ ਜੀ ਨੇ ਜਿਹੜੇ ਪੁਰਾਤਨ ਸਨ, ਜਿਨ੍ਹਾਂ ਨੂੰ ਜਥੇਦਾਰ ਦਾ ਕੌਮ ਨੇ ਸਨਮਾਨ ਦਿੱਤਾ ਹੋਇਆ, ਕੌਮ ਦੇ ਸ਼ਹੀਦਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ। ਪਰ ਫਿਰ ਵੀ ਇਹ ਚੀਜ਼ ਕਾਫੀ ਇੱਕ ਸਟੱਡੀ ਦਾ ਵਿਸ਼ਾ ਬਣ ਜਾਂਦੀ ਹੈ। ਸੁਖਜੀਤ ਸਿੰਘ ਖੋਸਾ ਜੀ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਬਿਲਕੁਲ ਇਹ ਪੁਰਾਤਨ ਉਹੀ ਅਕਾਲੀ ਫੂਲਾ ਸਿੰਘ ਜੀ ਨੇ ਜਿਨ੍ਹਾਂ ਦਾ ਜ਼ਿਕਰ ਹਿਸਟਰੀ ਦੇ ਵਿੱਚ ਆਉਂਦਾ ਹੈ। ਮੈਂ ਉਹਨਾਂ ਬਾਰੇ ਇੱਕ ਛੋਟੀ ਜਿਹੀ ਤੁਹਾਨੂੰ ਜਾਣਕਾਰੀ ਦੇ ਦਿਆਂ ਤਾਂ ਕਿ ਗਿਆਤ ਵਿੱਚ ਵਾਧਾ ਹੋ ਸਕੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਗਲਤੀ ਕਰਦੇ ਨੇ ਤੇ ਜਥੇਦਾਰ ਸਾਹਿਬ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰ ਲੈਂਦੇ ਨੇ। ਗੱਲ ਬੜੀ ਇੱਕ ਵਾਰੀ ਸਮਝਿਆ ਜੇ। ਹੈਰਾਨਗੀ ਦੀ ਗੱਲ ਇਸ ਗੱਲ ਦੀ ਹੈ ਕਿ ਜਥੇਦਾਰ ਸਾਹਿਬ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਤੂੰ ਰਾਜਾਬਾਦ ਵਿੱਚ ਆ, ਤੂੰ ਸਿੱਖ ਪਹਿਲਾਂ ਕਹਿ। ਜੇ ਤੂੰ ਸਿੱਖ ਹੈ
ਤੇ ਇਹ ਹਰਕਤ ਤੈਨੂੰ ਕਿਸੇ ਵੀ ਤਰੀਕੇ ਸ਼ੋਭਾ ਨਹੀਂ ਦਿੰਦੀ। ਮੈਂ ਇੱਥੋਂ ਇੱਕ ਹੋਰ ਅੰਦਾਜ਼ਾ ਲਾਉਣਾ ਵਾਂ ਕਿ ਉਦੋਂ ਧਰਮ ਸਿਆਸਤ ਦੇ ਉੱਤੇ ਚੱਲਦਾ ਸੀ, ਪਰ ਹੁਣ ਬਿਲਕੁਲ ਇਹਦਾ ਉਲਟਾ ਹੋ ਗਿਆ। ਸੈਕਿੰਡ ਇਹਦੇ ਵਿੱਚ ਇਹ ਗੱਲ ਹੈ ਕਿ ਉਹਨਾਂ ਨੇ ਬੜਾ ਸਪਸ਼ਟ ਰੂਪ ਦੇ ਵਿੱਚ ਦੱਸ ਦਿੱਤਾ ਵੀ ਭਾਵੇਂ ਤੂੰ ਰਾਜਾ ਘੁੰਮੇ ਪਰ ਇੱਕ ਚੇਤਾ ਰੱਖੀ, ਅਕਾਲ ਤਖਤ ਸਾਹਿਬ ਤੋਂ ਸਿਰਮੌਰ ਤੂੰ ਕਦੀ ਵੀ ਨਹੀਂ ਹੋ ਸਕਦਾ। ਹੁਣ ਜਿਸ ਵੇਲੇ ਤਲਬ ਕਰ ਲਿਆ, ਤਲਬ ਹੋਣ ਤੋਂ ਬਾਅਦ ਹਿਸਟਰੀ ਦੇ ਅੰਦਰ ਐਸੀ ਐਗਜ਼ਾਮਪਲ ਮਿਲਦੀ ਹੈ ਕਿ ਜਥੇਦਾਰ ਸਾਹਿਬ ਨੇ ਉਹਨਾਂ ਦੀ ਗਲਤੀ ਦੇ ਮੁਤਾਬਕ ਇਹ ਕਹਿ ਦਿੱਤਾ ਕਿ ਇਹਨਾਂ ਨੂੰ ਆਪਣੀ ਸ਼ੇਰਵਾਨੀ ਉਤਾਰਨੀ ਪਏਗੀ, ਇਸ ਰੁੱਖ ਦੇ ਨਾਲ ਬੰਨ੍ਹ ਕੇ ਤੇ ਇਹਨਾਂ ਦੇ ਕੋੜੇ ਮਾਰੇ ਜਾਣਗੇ। ਜਦੋਂ ਕੋੜੇ ਮਾਰਨ ਦੀ ਗੱਲ ਚੱਲੀ, ਜਥੇਦਾਰ ਸਾਹਿਬ ਆਏ ਤੇ ਉਹਨਾਂ ਨੇ ਜਿਸ ਵੇਲੇ ਆਪਣਾ ਫੁਰਮਾਨ ਸੁਣਾਇਆ, ਉਸ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੀ ਸ਼ੇਰਵਾਨੀ ਉਤਾਰਨੀ ਪਈ। ਜਦੋਂ ਸ਼ੇਰਵਾਨੀ ਉਤਾਰੀ ਤੇ ਕਹਿੰਦੇ ਇੱਕ ਆਵਾਜ਼ ਆਈ, ਆਵਾਜ਼ ਹੀ ਆਈ, ਕਹਿਣ ਲੱਗੇ ਵਾਹ ਬਈ ਵਾਹ, ਰਾਜਾ ਹੋਵੇ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ। ਵੀ ਜਥੇਦਾਰ ਸਾਹਿਬ ਨੇ ਤਲਬ ਕੀਤਾ ਤੇ ਨਾਲ ਹੀ ਗੋਡਿਆਂ ਭਰ ਹੋ ਕੇ ਆ ਗਏ। ਜਥੇਦਾਰ ਸਾਹਿਬ ਨੇ ਹੁਕਮ ਸੁਣਾਇਆ ਤੇ ਸ਼ੇਰਵਾਨੀ ਉਤਾਰ ਕੇ ਪਿੰਡਾ ਨੰਗਾ ਕਰ ਦਿੱਤਾ। ਕਹਿਣ ਲੱਗੇ ਜਥੇਦਾਰ ਸਾਹਿਬ ਮੇਰੀ ਗਲਤੀ ਦੀ ਮੈਨੂੰ ਸਜ਼ਾ ਦਿੱਤੀ ਜਾਵੇ। ਤੇ ਇੱਕ ਆਵਾਜ਼ ਆਈ, ਕਹਿਣ ਲੱਗੇ ਹਾਂ ਰਾਜਾ ਹੋਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ। ਸ਼ੇਰੇ ਪੰਜਾਬ ਹੌਲੀ ਜੇ ਬੋਲਿਆ, ਕਹਿੰਦਾ ਇਹ ਨਾ ਕਹੋ ਵੀ ਰਾਜਾ ਹੋਵੇ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ, ਕਹੋ ਵੀ ਜਥੇਦਾਰ ਹੋਵੇ ਤੇ ਅਕਾਲੀ ਫੂਲਾ ਸਿੰਘ ਵਰਗਾ, ਜਿਹੜਾ ਉਸ ਸਮੇਂ ਦੀ ਹਕੂਮਤ ਨੂੰ ਵੀ ਅੱਗੇ ਲਾ ਲਵੇ ਤੇ ਦੱਸ ਦੇਵੇ ਵੀ ਆਹ ਤੇਰੀ ਬੜੀ ਵੱਡੀ ਮਿਸਟੇਕ ਹੈ। ਇੱਥੋਂ ਅੱਜ ਦੀਆਂ ਬੇਅਦਬੀਆਂ ਤੇ ਵੀ ਸਾਨੂੰ ਇੱਕ ਸਵਾਲ ਕਰਨਾ ਪੈਣਾ ਹੈ ਕਿ ਅੱਜ ਸਾਡੇ ਵਿੱਚ ਅਕਾਲੀ ਫੂਲਾ ਸਿੰਘ ਵਰਗੀ ਜੁਰਤ ਹੈ ਵੀ ਅਸੀਂ ਕਿਸੇ ਨੂੰ ਕਹਿ ਸਕੀਏ ਵੀ ਤੁਹਾਡੇ ਤੇ ਜਿੰਨਾ ਚਿਰ ਬੇਅਦਬੀਆਂ ਦਾ ਦੋਸ਼ ਨਹੀਂ ਟੁੱਟਦਾ ਤੁਸੀਂ ਕਿਸੇ ਵੀ ਸਿਆਸਤ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ, ਤੁਸੀਂ ਕੌਮ ਦੀ ਅਗਵਾਈ ਨਹੀਂ ਕਰ ਸਕਦੇ, ਤੁਸੀਂ ਕੌਮ ਨੂੰ ਗੁੰਮਰਾਹ ਨਹੀਂ ਕਰ ਸਕਦੇ। ਅੱਜ ਸਾਨੂੰ ਇਹ ਸਾਰੀਆਂ ਚੀਜ਼ਾਂ ਬੜੀਆਂ ਵਿਚਾਰਨੀਆਂ ਪੈਣੀਆਂ ਨੇ। ਇਹ ਗੱਲਾਂ ਕਹਿੰਦਿਆਂ ਹੋਇਆਂ ਅੰਦਰ ਭਰਦਾ ਹੈ, ਪਰ ਕੀ ਕਰੀਏ। ਜਥੇਦਾਰ ਅਕਾਲੀ ਫੂਲਾ ਸਿੰਘ ਦਾ ਨਾਮ ਆਉਂਦਾ ਹੈ, ਹਕੀਕਤ ਇਹ ਹੈ ਨਾਮ ਆਉਂਦਿਆਂ ਸਾਰ ਕਿਤੇ ਨਾ ਕਿਤੇ ਅੰਦਰ ਇੱਕ ਝਰਨਾਹਟ ਦੀ ਵੀ ਛਿੜਦੀ ਹੈ ਵੀ ਹਾਂ ਸਾਡੀ ਕੌਮ ਦੇ ਇਹੋ ਜਿਹੇ ਜਥੇਦਾਰ ਰਹੇ ਨੇ, ਕੌਮ ਨੇ ਇਹੋ ਜਿਹੇ ਜਥੇਦਾਰਾਂ ਦੀ ਅਗਵਾਈ ਜਿਹੜੀ ਉਹ ਪ੍ਰਵਾਨ ਕੀਤੀ ਹੈ। ਸੋ ਆਓ ਉਸ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਜ਼ਮੀਨ ਹੋਵੇ ਤੇ ਅੱਜ ਕੋਈ ਸੱਜਣ, ਦੇਖੋ XYZ ਕੋਈ ਵੀ ਹੋਵੇ, ਸ਼੍ਰੋਮਣੀ ਕਮੇਟੀ ਮੈਂਬਰ ਹੈ ਜਾਂ ਨਹੀਂ ਹੈ, ਜਿੱਤਿਆ ਹੈ ਹਾਰਿਆ ਹੈ, ਕੁਝ ਵੀ ਹੈ, ਕਿਸੇ ਨੂੰ ਵੀ ਕੋਈ ਹੱਕ ਨਹੀਂ ਕਿ ਅਕਾਲੀ ਫੂਲਾ ਸਿੰਘ ਜੀ ਦੀ ਜ਼ਮੀਨ ਦੇ ਉੱਪਰ ਆਪਣਾ ਹੱਕ ਜਮਾਵੇ। ਤੇ ਜਿਨ੍ਹਾਂ ਲੋਕਾਂ ਨੇ ਰਜਿਸਟਰੀਆਂ ਹੋਈਆਂ ਨੇ ਉਹਨਾਂ ਦੀ ਪੂਰੀ ਪੜਤਾਲ ਹੋਵੇ। ਅਸੀਂ ਨਹੀਂ ਕਹਿੰਦੇ ਵੀ ਗਲਤ ਹੋਇਆ, ਚੈਨਲ ਇਸ ਗੱਲ ਦਾ ਦਾਅਵਾ ਨਹੀਂ ਕਰਦਾ, ਮੈਂ ਕਹਿੰਦਾ ਪੜਤਾਲ ਹੋਵੇ ਤੇ ਪੜਤਾਲ ਦੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਜਾਂਦਾ ਹੈ 420 ਹੋਣੀ ਚਾਹੀਦੀ, 420 ਦਾ ਉਹਨਾਂ ਦੇ ਉੱਪਰ ਕੇਸ ਚੱਲਣਾ ਚਾਹੀਦਾ ਹੈ। ਪਹਿਲੀ ਗੱਲ, ਜਿਸ ਜ਼ਮੀਨ ਦੀ ਆਪਾਂ ਫਰਦ ਕਢਾਈਏ ਤੇ ਸਮਾਜ ਦੇ ਨਾਮ ਤੇ ਬੋਲਦੀ ਹੋਵੇ, ਜਮਾਬੰਦੀ ਕਢਵਾਈਏ, ਗਰਦੌਰੀਆਂ ਕਢਵਾਈਏ ਕਿ ਉਹ ਸਾਰੀਆਂ ਉਸ ਸਮਾਜ ਦੇ ਨਾਮ ਦੇ ਉੱਪਰ ਤੇ ਸਮਾਜ ਦੇ ਉੱਤੇ ਲਿਖਿਆ ਹੋਵੇ ਜਥੇਦਾਰ ਅਕਾਲੀ ਫੂਲਾ ਸਿੰਘ, ਤੇ ਫਿਰ ਵੇਖਣਾ ਪਏਗਾ ਵੀ ਐਸਾ ਹੋਇਆ ਕਿਉਂ। ਵੀਰ ਸੁਖਜੀਤ ਸਿੰਘ ਖੋਸਾ ਪਿਛਲੇ ਦਿਨਾਂ ਦੇ ਵਿੱਚ ਇਸ ਕਾਰਜ ਦੇ ਵਿੱਚ ਹੋਏ। ਵੀਰ ਜੀ ਮਾਮਲਾ ਸਿੱਖ ਸੰਗਤ ਨੂੰ ਕਦੋਂ ਤੋਂ ਪਤਾ ਲੱਗਾ? ਦੇਖੋ ਜੀ, ਉਹ ਪਿਛਲੇ 1 ਸਾਲ ਤੋਂ ਲੱਗੇ ਹੋਏ ਨੇ, ਠੀਕ ਹੈ। ਫਿਰ ਉਹਨਾਂ ਦੇ ਜਿਵੇਂ ਆਪਾਂ ਕਹਿੰਦੇ ਆ ਕਿ ਗੱਲ ਉਹ ਜ਼ਿਲ੍ਹਾ ਲੈਵਲ ਤੇ ਰਹਿ ਜਾਂਦੀ ਸੀ, ਫਿਰ ਉਹ ਮੈਨੂੰ ਵੀ ਉਹਨਾਂ ਨੇ ਬੁਲਾਇਆ, ਕਹਿੰਦੇ ਵੀ ਆਹ ਮਸਲਾ ਹੈਗਾ। ਅਸੀਂ ਉਸ ਦਿਨ ਸਾਰੇ ਜਾਣੇ ਮਿਲ ਕੇ ਗਏ। ਤੇ ਇੱਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸਿੱਧੀ ਐਂਟਰੀ ਮਾਰਨੀ ਚਾਹੀਦੀ ਹੈ। ਦੇਖੋ ਜੀ, ਇਹ ਤਾਂ ਉਹਨਾਂ ਦਾ ਪੱਖ ਆ। ਮੈਂ ਤਾਂ ਹਮੇਸ਼ਾ, ਤੁਸੀਂ ਕਹਿ ਹੀ ਚੁੱਕੇ ਆ, ਮੈਂ ਸੁਣ ਰਿਹਾ ਸੀਗਾ, ਅਖਬਾਰਾਂ 'ਚ ਕਹਿਣ ਨਾ ਜਾਂ ਸੋਸ਼ਲ ਮੀਡੀਆ ਤੇ ਆਪਦੇ ਚਹੇਤਿਆਂ ਕੋਲ ਇਹ ਲਿਖਾਉਣ ਨਾਲ ਗੱਲ ਨਹੀਂ ਬਣਨੀ ਵੀ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਆ। ਉਹ ਤਾਂ ਕਹਿਣਾ ਪੈਣਾ, ਜਾਂ ਕਹਿ ਦਿਓ ਕਾਣੇ ਢੱਗੇ ਨੂੰ ਕਿਉਂ ਕਰਦਾ ਕਾਲਾ ਬੱਗੇ ਨੂੰ, ਅੰਤ ਟਾਈਮ ਨੂੰ ਮਰਨਾ ਹੈ ਤੇ ਮੂੰਹ ਕਾਲਾ ਕਿਉਂ ਕਰਨਾ ਹੈ। ਇਹ ਗੱਲ ਇੱਧਰ ਮੁਕਤਸਰ ਵੱਲ ਬਾਦਲ ਵੱਲ ਕਹਿਣੀ ਪੈਣੀ ਆ ਵੀ 2015 'ਚ ਤੁਹਾਡੀ ਸਰਕਾਰ ਸੀ, ਬੇਅਦਬੀਆਂ ਹੋਈਆਂ, ਦੋਸ਼ੀ ਨਹੀਂ ਫੜੇ, ਦੋਸ਼ੀਆਂ ਦੇ ਘਰ ਨੂੰ ਗਏ। ਅੱਜ ਤੇ ਪੋਸ਼ਾਕਾਂ ਦੀਆਂ ਗੱਲਾਂ ਵੀ ਚੱਲਣ ਲੱਗ ਪਈਆਂ ਜਥੇਦਾਰ ਜੀ, ਵੀ ਪੋਸ਼ਾਕ ਵੀ ਕਿਹਨੇ ਭੇਜੀ ਸੀ, ਵੀ ਭਾਈ ਕਲੀਅਰ ਕਰੋ ਕਿਹਨੇ ਹੁਕਮਨਾਮੇ ਜਾਰੀ ਕੀਤੇ ਤੇ ਕਿਹਨੇ ਦਿੱਤੀਆਂ ਮਾਫੀਆਂ ਤੇ ਕਿਹਨੇ ਦਵਾਈਆਂ, ਤੇ ਬੇਅਦਬੀ ਦੇ ਦੋਸ਼ੀ ਕਿਉਂ ਨਹੀਂ ਫੜੇ ਗਏ। ਜੇ ਅੱਜ ਪੁਲਿਸ ਦੀ SIT ਪਹੁੰਚ ਸਕਦੀ ਆ ਤੇ 3 ਸਾਲ ਬਾਦਲਾਂ ਦੇ ਰਾਜ 'ਚ ਕਿਉਂ ਨਹੀਂ ਪਹੁੰਚੀ? 20-2 ਸਾਲ ਕੀ ਕਰਦੇ ਰਹੇ? ਸੁੱਤੇ ਰਹੇ, ਉਹਨੂੰ ਬਚਾਉਣ 'ਚ ਲੱਗੇ ਰਹੇ। ਤੇ ਅੱਜ ਲੋਕਾਂ ਨੂੰ ਕਹਿਣ ਨਾਲ ਵੀ ਅਸੀਂ ਖਾਲਿਸਤਾਨ ਦੇ ਹੱਕ 'ਚ, ਜਥੇਦਾਰ ਜੀ ਦੇ ਬਿਆਨ ਆਈ ਜਾਂਦੇ ਆ, ਚਲੋ ਠੀਕ ਆ, ਪੜ੍ਹਨ ਵਾਲੇ ਪੜ੍ਹੀ ਜਾਂਦੇ ਆ। ਗੱਲੀ ਬਾਤੀ ਮੈਂ ਵੱਡੀ ਕਰਤੂਤਨ ਵੱਡੀ ਜਠਾਣੀ, ਕਹਾਵਤ ਆ ਪੰਜਾਬੀ ਦੀ। ਗੱਲਾਂ ਬਾਤਾਂ ਨਾਲ ਨਹੀਂ ਸਰਨਾ। ਲਿਆਓ, ਬੰਨੋ ਇਹਨਾਂ ਨੂੰ, ਫੜੋ ਇਹਨਾਂ ਨੂੰ, ਪੁੱਛੋ ਵੀ ਕਿਉਂ ਨਹੀਂ ਕੀਤਾ। ਫਿਰ ਸ਼੍ਰੋਮਣੀ ਅਕਾਲੀ ਦਲ
ਜਿਹੜਾ ਚਲੋ ਸਾਡਾ ਉਹ ਸਿਆਸੀ ਵਾਲੇ ਬੰਨੇ ਜਾਣਾ ਤੇ ਨਹੀਂ ਸਾਨੂੰ ਚਾਹੀਦਾ ਸਾਨੂੰ, ਪਰ ਫਿਰ ਵੀ ਅਸੀਂ ਇੱਕ ਸਿੱਖ ਹਾਂ। ਸ਼੍ਰੋਮਣੀ ਅਕਾਲੀ ਦਲ ਕਿਸੇ ਦਾ ਬੰਨਿਆ ਹੋਇਆ ਨਹੀਂ ਹੈਗਾ, ਖਰੀਦਿਆ ਹੋਇਆ ਨਹੀਂ ਹੈਗਾ। ਜਿਹਨੂੰ ਪਤਾ ਨਹੀਂ ਲੱਗਦਾ ਮੈਂ ਕਹਿਣਾ ਕੀ ਸੀ, ਕਰਨਾ ਕੀ ਸੀ, ਕਦੇ ਕੁਛ ਕਦੇ ਕੁਛ ਕਦੇ ਕੁਛ ਕਦੇ ਕੁਛ। ਇਸ ਕਰਕੇ ਬਿਲਕੁਲ ਜੀ, ਜਿਵੇਂ ਗੱਲ ਕਰਦੇ ਸਾਂ ਵੀ ਜਥੇਦਾਰ ਜੀ ਵਾਲੀ ਗੱਲ ਕਰਨੀ ਹੋਰ ਗੱਲ ਹੈ, ਪਰ ਉਹਨਾਂ ਵਰਗੀ ਬੜਕ ਰੱਖਣੀ, ਉਹਨਾਂ ਵਰਗਾ ਜੁੱਸਾ ਵੱਖਰਾ ਵਿਸ਼ਾ ਆ ਗਿਆ। ਹੋਣ ਦੇ ਨਾਲ ਮਖੂ ਸਾਹਿਬ ਕਾਲੀ ਫੂਲਾ ਸਿੰਘ ਨਹੀਂ ਬਣਿਆ ਜਾਣਾ, ਕਰਮਾਂ ਦੇ ਨਾਲ ਕਾਲੀ ਫੂਲਾ ਸਿੰਘ ਬਣੀਏ ਤੇ ਸਾਰੀ ਕੌਮ ਤੁਹਾਡੇ ਜਥੇਦਾਰ ਜੀ ਚਰਨ ਧੋ ਪੀਊਗੀ। ਅੱਜ ਜਿਹੜੀ ਦੁਸ਼ਵਾਰੀ ਵਿੱਚ, ਜਿਹੜੀਆਂ ਮੁਸ਼ਕਲਾਂ ਵਿੱਚ, ਜਿਹੜੀ ਖੁਆਰੀ ਵਿੱਚ, ਜਿਹੜੀ ਡੂੰਘੀ ਰਸਾਤਲ ਵਿੱਚ ਕੌਮ ਡੁੱਬ ਚੁੱਕੀ ਆ, ਸੱਚੀ ਮੁੱਚੀ ਦਾ ਅਕਾਲੀ ਸਿੰਘ, ਬਨਾਵਟੀ ਅਕਾਲੀ ਸਿੰਘ, ਕਾਲੀ ਫੂਲਾ ਸਿੰਘ ਨਹੀਂ, ਸੱਚੀ ਮੁੱਚੀ ਦਾ ਕਾਲੀ ਫੂਲਾ ਸਿੰਘ। ਸਾਰੀ ਗੱਲ ਸਮਝ ਗਏ ਬਿਲਕੁਲ। ਪਰ ਹੁਣ ਜਿਵੇਂ ਇੱਕ ਵਾਰੀ ਰੋਕ ਲੱਗੀ ਹੈ, ਤੁਸੀਂ ਦੱਸੇ ਵੀ ਸ਼ੁਰੂਆਤ ਵੀਰਾਂ ਨੇ ਕੀਤੀ ਸੀ, ਜ਼ਿਲ੍ਹਾ ਪੱਧਰੀ ਆਵਾਜ਼ ਸੀ, ਸਮਾਂ ਪਾ ਕੇ ਉਹ ਜਿਹੜੀ ਆਵਾਜ਼ ਹੈ ਬੜੀ ਵੱਡੀ ਬਣ ਗਈ। ਆਵਾਜ਼ ਵੱਡੀ ਬਣਨ ਤੋਂ ਬਾਅਦ ਦਾ ਤੁਹਾਡਾ ਹੁਣ ਤੱਕ ਦਾ ਮੈਂ ਪੁੱਛਣਾ ਚਾਹਾਂਗਾ, ਥੋੜੇ ਸਮੇਂ ਦੇ ਵਿੱਚ ਰਿਜ਼ਲਟ ਕੀ ਆਇਆ? ਦੇਖੋ ਜੀ, ਪਰਿਵਾਰ ਇਸ ਗੱਲ ਨੂੰ ਮੰਨਿਆ ਵੀ ਇਹ ਸਾਡੀ ਮਿਸਟੇਕ ਹੈ ਕਿ ਤੁਸੀਂ ਕਾਨੂੰਨੀ ਪ੍ਰਕਿਰਿਆ ਕੋਰਟ ਦੇ ਵਿੱਚ ਲੈ ਕੇ ਹੁਣ ਤੱਕ ਗਏ ਹੋ, ਸਿਰਫ ਅਜੇ ਤੱਕ ਅਖਬਾਰੀ ਬਿਆਨ ਨੇ? ਹੁਣ ਤੱਕ ਦੀ ਗੱਲ ਇਹ ਆ ਵੀ ਉਹਨਾਂ ਲੋਕਾਂ ਨੇ, ਉਹਨਾਂ ਲੋਕਲ ਵੀਰਾਂ ਦੀਆਂ ਆਣ ਕੇ ਜਿਵੇਂ ਹੁੰਦਾ ਕਿ ਨਹੀਂ ਜੀ ਸਾਨੂੰ ਬਖਸ਼ ਦਿਓ ਜੀ, ਛੱਡ ਦਿਓ ਜੀ, ਬਾਬਾ ਜੀ ਦੀ ਜ਼ਮੀਨ ਛੱਡ ਦਿੰਨੇ ਆ, ਜਿਹੜੀ ਬੜੀ ਹੋਈ ਆ ਉਹਦੇ ਪੈਸੇ ਲੈ ਲਓ। ਪਰ ਆਪਣੇ ਸਿੰਘ ਸਾਰੇ ਉਹ ਬਜੈਦ ਹੈਗੇ ਆ ਕਿ ਅਸੀਂ ਕਿਤੇ ਕਾਨੂੰਨੀ ਕਾਰਵਾਈ ਕਰਨੀ ਆ। ਬਾਕੀ ਜਿਨ੍ਹਾਂ ਸ਼ਖਸੀਅਤਾਂ ਦਾ ਤੁਸੀਂ ਨਾਂ ਲਿਆ ਵਾ, ਉਹਨਾਂ ਦਾ ਫਰਜ਼ ਬਣਦਾ ਵਾ ਆਉਣ ਦਾ, ਪਰ ਉਹ ਉਹਨਾਂ ਚਿਰ ਆ ਨਹੀਂ ਸਕਦੇ ਜਿੰਨਾ ਚਿਰ ਉਹਨਾਂ ਨੂੰ ਇਸ਼ਾਰਾ ਨਹੀਂ ਹੋਣਾ ਜੀ। ਜਦੋਂ ਇਸ਼ਾਰਾ ਹੋਊਗਾ ਫੇਰ ਆਉਣਗੇ। ਉਹ ਇਸ਼ਾਰੇ ਦੇ ਨਾਲ ਫਿਰ ਕੀ ਪਤਾ ਉਹਨਾਂ ਨੂੰ ਇਸ ਜਨਮ 'ਚ ਇਸ਼ਾਰਾ ਹੋਣਾ ਵਾ ਜਾਂ ਨਹੀਂ ਹੋਣਾ, ਕਦੋਂ ਹੋਣਾ ਆ, ਇਹ ਤਾਂ ਉਹੀ ਦੱਸ ਸਕਦੇ ਆ। ਤੇ ਆਉਣ ਤਾਂ ਅਸੀਂ ਵੈਲਕਮ ਕਰਦੇ, ਜੀ ਆਇਆਂ, ਆਣ ਕੇ ਲੜਾਈ ਵੀ ਜਿਹੜਾ ਵੀ ਮੋਢੇ ਨਾਲ ਮੋਢਾ ਜੋੜ ਕੇ ਬਿਲਕੁਲ ਕੋਈ ਹੋਰ ਵੀ ਕਹਿਣ ਮੈਂ ਕਿਹਾ ਭਾਵੇਂ ਕੋਈ ਹੋਰ ਧਰਮ ਦੀ ਜਥੇਬੰਦੀ ਆ ਕੇ ਲੱਗ ਜਾਏ, ਸਾਨੂੰ ਕੀ ਹੈਗਾ ਉਹਦੇ ਨਾਲ, ਅਸੀਂ ਤਾਂ ਇਨਸਾਫ ਲੈਣਾ, ਸਾਨੂੰ ਕੋਈ ਮਤਲਬ ਹੀ ਨਹੀਂ ਹੈਗਾ ਕੋਈ ਆ ਜਾਏ। ਪਹਿਲਾ ਫਰਜ਼ ਤੇ ਉਹਨਾਂ ਦਾ ਬਣਦਾ ਸੀਗਾ ਜਿਹੜੇ ਉੱਥੇ ਪ੍ਰਕਰਮਾਂ 'ਚ ਹੀ ਦੋ ਧੜੇ ਘਰ ਬਣਾ ਕੇ ਬੈਠੇ ਹੋਏ ਆ ਵੀ ਪ੍ਰਕਰਮ ਇੱਥੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋ ਤੇ ਕਾਲੀ ਬਾਬਾ ਫੂਲਾ ਸਿੰਘ ਦਾ ਪ੍ਰਬੰਧ ਉਹ ਹਰਿੰਦਰ ਸਿੰਘ ਐਕਟਿੰਗ ਪ੍ਰਧਾਨ ਕੋਲ। ਇਹ ਕਿੱਦਾਂ ਹੋਇਆ? ਉਹਨਾਂ ਦੇ ਨਾਂ ਨੂੰ ਕੌਣ ਮਤਲਬ ਨਤਮਸਤਕ ਨਾ ਹੋਵੇ, ਨਾ ਨਤਮਸਤਕ ਹੋਵੇ ਉਹਨਾਂ ਦੀ ਸ਼ਖਸੀਅਤ ਨੂੰ, ਸਾਰੀ ਗੱਲ ਹੈਗੀ ਆ, ਕਿਉਂਕਿ ਐਸੀ ਕੋਈ ਗੱਲ ਨਹੀਂ ਹੈਗੀ। ਪਰ ਇਹਨਾਂ ਨੇ ਜਾਣ ਬੁੱਝ ਕੇ ਅਵੇਸਲਾ ਕੀਤਾ ਹੋਇਆ। ਪਰ ਸਿੱਧੇ ਸ਼ਬਦਾਂ ਵਿੱਚ ਕਹੀਏ, ਸੰਗਤ ਦਾ ਪੈਸਾ ਆ, ਗੋਲਕ ਕੈਸਟ ਦੀ, ਕਿਵੇਂ ਲੋਕ ਲੈ ਜਾਂਦੇ ਆ? ਬੜਾ ਕੁਛ ਹੋ ਰਿਹਾ ਜੀ ਇੱਥੇ, ਕਈ ਥਾਵਾਂ ਤੇ ਕਈ ਤਰ੍ਹਾਂ ਦੇ ਬੈਠੇ ਹੋਏ ਨੇ ਜਿੱਥੇ ਇਹਨਾਂ ਦੀ ਆਪਸ ਵਿੱਚ ਸਾਂਝ ਭਿਆਲੀ ਆ, ਉੱਥੇ ਇਤਿਹਾਸਕ ਸਥਾਨ ਵੀ ਛੱਡੇ ਜਾਂਦੇ ਆ, ਬੜੇ ਨੇ ਇਹੋ ਜਿਹੇ। ਸੋ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਇਸ ਕਾਰਜ ਨੂੰ ਸੰਗਤਾਂ ਦੇ ਅੱਗੇ ਰੱਖਿਆ, ਦੁਨੀਆ ਦੇ ਅੱਗੇ ਰੱਖਿਆ। ਕਿੰਨੀ ਕਾਮਯਾਬੀ ਮਿਲਦੀ ਹੈ ਤੇ ਸਮਾਂ ਦੱਸੇਗਾ। ਸੋ ਦਰਸ਼ਕੋ, ਇਹ ਸਨ ਵੀਰ ਸੁਖਜੀਤ ਸਿੰਘ ਜੀ ਖੋਸਾ, ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਮਾਮਲਾ ਬੜੇ ਵੱਡੇ ਪੱਧਰ ਦਾ ਚੱਕਿਆ ਸੀ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਜ਼ਮੀਨ ਤੇ ਕੁਝ ਲੋਕਾਂ ਵੱਲੋਂ ਕਬਜ਼ਾ ਹੈ, ਵੇਚੀ ਜਾ ਰਹੀ ਹੈ। ਮਾਮਲਾ ਅੱਗੇ ਆਉਣ ਤੋਂ ਬਾਅਦ ਇਸ ਮਾਮਲੇ ਤੇ ਇੱਕ ਵਾਰ ਰੋਕ ਲੱਗ ਗਈ ਹੈ। ਕੀ ਬਣਦਾ ਜਲਦੀ ਤੁਹਾਨੂੰ ਦੱਸਦੇ ਰਹਾਂਗੇ, ਪਰ ਕੌਣ ਨਹੀਂ ਜਾਣਦਾ ਕਿ ਅਕਾਲੀ ਫੂਲਾ ਸਿੰਘ ਜੀ ਕੌਣ ਸਨ। ਸੋ ਜੇ ਉਹਨਾਂ ਦੇ ਨਾਮ ਦੇ ਉੱਪਰ ਐਸਾ ਹੋ ਰਿਹਾ ਤੇ ਇੱਥੇ ਵੱਡੀਆਂ ਜਥੇਬੰਦੀਆਂ ਨੂੰ ਵਿੱਚ ਐਂਟਰੀ ਪਾਉਣੀ ਵੀ ਚਾਹੀਦੀ ਹੈ, ਨਿਆਂ ਜਿਹੜਾ ਉਹ ਲੈਣਾ ਵੀ ਚਾਹੀਦਾ ਹੈ। ਬੜੀ ਜਲਦੀ ਤੁਹਾਡੀ ਸੇਵਾ ਵਿੱਚ ਆਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।